ਮਨੁੱਖ ਨੂੰ ਬੋਲਣ ਦੀ ਆਜ਼ਾਦੀ ਹੋਵੇ, ਮਨੁੱਖ ਨੂੰ ਆਪਣੀ ਰਾਏ ਦੇਣ ਦੀ ਆਜ਼ਾਦੀ ਹੋਵੇ, ਮਨੁੱਖ ਨੂੰ ਆਪਣੀ ਮਰਜ਼ੀ ਦੇ ਆਗੂ ਚੁਣਨ ਦੀ ਆਜ਼ਾਦੀ ਹੋਵੇ, ਮਨੁੱਖ ਨੂੰ ਪਬਲਿਕ ਓਪੀਨੀਅਨ ਬਿਲਡ ਕਰਨ ਦੀ ਆਜ਼ਾਦੀ ਹੋਵੇ। ਇਸ ਆਜ਼ਾਦੀ ਲਈ ਲੱਖਾਂ ਕੁਰਬਾਨੀਆਂ ਹੋਈਆਂ ਤੇ ਲੇਖਕ ਨੇ ਹਮੇਸ਼ਾ ਸਮਾਜ ਦੀ ਦੁੱਖ ਦੀ ਰਗ ਤੇ ਹੱਥ ਧਰਨਾ ਹੁੰਦਾ ਹੈ। ਉਹ ਕਮਜ਼ੋਰ ਥਾਵਾਂ ਤੇ ਉਂਗਲ ਧਰਨੀ ਹੁੰਦੀ ਹੈ ਜਿਹੜੀਆਂ ਸਾਡੇ ਸਿਸਟਮ ਦੀਆਂ ਵਿਸੰਗਤੀਆਂ ਹੁੰਦੀਆਂ ਤੇ ਬਹੁਤੀਆਂ ਵਿਸੰਗਤੀਆਂ ਸੱਤਾ ਦੁਆਰਾ ਪੈਦਾ ਕੀਤੀਆਂ ਹੁੰਦੀਆਂ। ਜੋ ਸਾਡਾ ਰਾਜਸੀ ਲਾਣਾ ਹੈ ਉਹਦੀ ਜਿਹੜੀ ਨੀਤ ਹੈ ਉਹ ਕਦੇ ਵੀ ਲੋਕ ਪੱਖੀ ਨਹੀਂ ਹੁੰਦੀ ਹੈਗੀ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਸਾਹਿਤਕਾਰ ਨੇ, ਚਾਹੇ ਉਹ ਚਿੰਤਕ ਨੇ। ਇਹਨਾਂ ਸਾਰਿਆਂ ਦੀ ਜ਼ੁਬਾਨਬੰਦੀ ਕੀਤੀ ਜਾਵੇ। ਭਾਵੇਂ ਇਹ 2015 ਦੀ ਗੱਲ ਹੋਵੇ ਜਦੋਂ ਐਮ ਕਲਵਰਗੀ ਵਰਗੇ ਜਦੋਂ ਲੇਖਕਾਂ ਦਾ ਕਤਲ ਹੁੰਦਾ ਹੈ ਤਾਂ ਉਹਦੇ ਵਿਰੋਧ 'ਚ 39 ਲੇਖਕ ਜਿਹੜੇ ਆਪਣੇ ਅਵਾਰਡ ਵਾਪਸ ਕਰਦੇ ਨੇ ਤੇ 10 ਉਹਨਾਂ ਚੋਂ ਪੰਜਾਬੀ ਸਾਹਿਤਕਾਰ ਸੀਗੇ। ਸਿਆਸਤ ਨੂੰ ਤੋਂ ਪ੍ਰੇਰਿਤ ਹੋ ਕੇ ਇਹ ਵਾਪਸ ਕੀਤੇ ਬਾਰੇ ਕੋਈ ਵੀ ਅਵਾਰਡ ਸੱਤਾ ਦੁਆਰਾ ਦਿੱਤੀ ਖੈਰਾਤ ਨਹੀਂ ਹੁੰਦਾ ਹੈ। ਲੋਕ ਪੱਖੀ ਲੇਖਕ ਦੀ ਸੱਤਾ ਦੇ ਕੰਮਾਂ ਪ੍ਰਤੀ ਅਸਹਿਮਤੀ ਹੁੰਦਾ ਅਵਾਰਡ। ਪ੍ਰਤੀਕਰਮ ਜਿਹੜਾ ਖਾਸ ਤੌਰ ਤੇ ਬੀਜੇਪੀ ਧੜੇ ਦਾ ਆ ਰਿਹਾ ਸੀ ਉਹਦਾ ਇਹ ਸੀ ਕਿ ਵੀ ਇਹਦੇ ਨਾਲ ਦੇਸ਼ ਦੀ ਛਵੀ ਖਰਾਬ ਹੁੰਦੀ ਹੈ ਇੰਟਰਨੈਸ਼ਨਲ ਤੌਰ ਤੇ। ਇੱਕ ਪਾਸੇ ਉਹ ਵਿਕਟਰੀ ਸਟੈਂਡ ਤੇ ਖੜੇ ਹੋ ਕੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਚੁੰਮਦੀਆਂ ਨੇ, ਉਹਦਾ ਸਤਿਕਾਰ ਵਧਾਉਂਦੀਆਂ ਨੇ, ਪਰ ਦੂਜੇ ਪਾਸੇ ਉਸੇ ਸੱਤਾ 'ਚ ਬੈਠੇ ਬੰਦੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ। ਕਿਸੇ ਬਲਾਤਕਾਰੀ, ਕਿਸੇ ਰੇਪਿਸਟ, ਕਿਸੇ ਘਟੀਆ ਬੰਦੇ ਦੇ ਖਿਲਾਫ ਖੜੀ ਹੁੰਦੀ ਹੈ ਤਾਂ ਇਹਦੇ ਨਾਲ ਦੇਸ਼ ਦਾ ਮਾਣ ਤਾਂ ਵੱਧਦਾ ਹੈ। ਇਹੋ ਜਿਹੇ ਬੰਦੇ ਸੱਤਾ 'ਚ ਬੈਠੇ ਨੇ ਉਹ ਦੇਸ਼ ਦੇ ਨਾਂ ਨੂੰ ਕਲੰਕਿਤ ਕਰ ਰਹੇ ਨੇ। ਉਹ ਲੋਕ ਕਲੰਕਿਤ ਨਹੀਂ ਕਰ ਰਹੇ ਹੈਗੇ ਜਿਹੜੇ ਉਹਦੇ ਖਿਲਾਫ ਪ੍ਰੋਟੈਸਟ ਕਰਦੇ ਨੇ। ਪੂਰੀ ਦੁਨੀਆ ਦੇ ਵਿੱਚ ਜਦੋਂ ਪ੍ਰੋਟੈਸਟ ਹੁੰਦੇ ਨੇ ਤਾਂ ਵੱਡੇ ਵੱਡੇ ਸਾਹਿਤਕਾਰ ਅਵਾਰਡ ਵਾਪਸ ਕਰਦੇ ਨੇ, ਨੋਬਲ ਪ੍ਰਾਈਜ਼ ਵੀ ਲੈਣ ਤੋਂ ਇਨਕਾਰ ਕੀਤਾ। ਇਹ ਅਕਾਦਮੀਆਂ ਦੀ ਬੇਇੱਜ਼ਤੀ ਨਹੀਂ ਹੈਗੀ, ਇਹ ਤਾਂ ਲੇਖਕ ਦੀ ਜਾਗਦੀ ਜ਼ਮੀਰ ਦਾ ਪ੍ਰਤੀਕ ਹੁੰਦੇ ਨੇ ਕਿ ਲੇਖਕ ਨੂੰ ਕੋਈ ਸੰਸਥਾ ਜਾਂ ਕੋਈ ਸਰਕਾਰ ਖਰੀਦ ਨਹੀਂ ਸਕਦੀ ਹੈਗੀ। ਇਹਦੇ ਨਾਲ ਅਦਾਰਿਆਂ ਦੀ ਬੇਇੱਜ਼ਤੀ ਹੁੰਦੀ ਹੈ, ਇਹਦੇ ਨਾਲ ਤਾਂ ਦੇਸ਼ ਦੀ ਸ਼ਾਨ ਬਹਾਲ ਹੁੰਦੀ ਹੈ ਤੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਸ ਦੇਸ਼ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਲੋਕ ਵੀ ਅਜੇ ਜਿਉਂਦੇ ਨੇ। ਸਾਡੇ ਸਾਹਿਤਕਾਰਾਂ ਦੇ ਵਿੱਚੋਂ ਵੀ ਇੱਕ ਜਮਾਤ ਇਹੋ ਜਿਹੀ ਪੈਦਾ ਹੋਈ ਹੈ ਜਿਹੜੀ ਜਮਾਤ ਅਵਾਰਡਾਂ ਲਈ ਕੰਮ ਕਰਦੀ ਹੈ। ਕੋਈ ਲੇਖ ਲਿਖ ਕੇ ਦੇ ਕੇ ਅਵਾਰਡ ਲੈਂਦਾ ਹੈ ਤਾਂ ਉਹਦੇ ਲਿਖਣਾ ਤਾਂ ਬੇਅਰਥ ਹੈ। ਕਦੇ ਵੀ ਅਵਾਰਡਾਂ ਕਰਕੇ ਕਿਸੇ ਵੀ ਸੰਸਥਾ ਦੀ, ਕਿਸੇ ਵੀ ਸਰਕਾਰ ਦੀ ਚਾਪਲੂਸੀ ਨਾ ਕਰੀਏ ਤੇ ਲਿਖ ਕੇ ਕੰਸੈਂਟ ਦੇਣ ਲੱਗੇ ਕਿ ਅਸੀਂ ਕਦੇ ਵੀ ਇਹ ਅਵਾਰਡ ਵਾਪਸ ਨਹੀਂ ਕਰਾਂਗੇ ਤਾਂ ਇਹ ਜ਼ਮੀਰ ਦੇ ਮਰਨ ਦਾ ਮਸਲਾ ਹੈ ਤੇ ਅਸੀਂ ਤਾਂ ਜ਼ਮੀਰ ਨੂੰ ਹਲੂਣਾ ਦੇਣ ਵਾਲੇ ਲੋਕ। ਲੇਖਕਾਂ ਦੇ ਉੱਤੇ ਵੀ ਇਹ ਦੋਸ਼ ਲਾਏ ਜਾਂਦੇ ਆ ਕਿ ਜੀ ਇਹ ਆਪ ਹੀ ਚੋਣ ਕਰਾਉਂਦੇ ਆ ਜੀ, ਆਪ ਹੀ ਅਵਾਰਡ ਦੇ ਦਿੰਦੇ ਆ ਜੀ, ਸਾਰਾ ਕੁਝ ਆਪ ਹੀ ਕਰ ਲੈਂਦੇ ਆ, ਇਹਨਾਂ ਦੇ ਧੜੇ ਬਣੇ ਹੋਏ ਨੇ। ਅੱਜ ਦੇ ਦੌਰ ਦੇ ਵਿੱਚ ਸੱਤਾ ਦੇ ਖਿਲਾਫ ਬੋਲਣਾ, ਸੱਤਾ ਦੇ ਖਿਲਾਫ ਖੜੇ ਹੋਣਾ ਇਹ ਤੁਪਕਾ ਕਰਕੇ ਜ਼ਹਿਰ ਪੀਣ ਦੇ ਬਰਾਬਰ ਹੀ ਹੈ ਤੇ ਸੱਤਾ ਉਹਨਾਂ ਨੂੰ ਮਾਰਨਾ ਚਾਹੁੰਦੀ ਹੈ। ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਡ੍ਰੀਮ ਵੇਵ ਸਟੂਡੀਓ ਦੇ ਉੱਤੇ। ਜਿਸ ਵਿਸ਼ੇ ਤੇ ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਵਾਸਤੇ ਅੱਜ ਇੱਥੇ ਪਹੁੰਚੇ ਹਾਂ, ਸਾਡੇ ਨਾਲ ਨੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਦੀਪ, ਜਿਹੜੇ ਨਾਟਕਕਾਰ ਨੇ, ਆਲੋਚਕ ਨੇ ਤੇ ਪ੍ਰੋਗਰੈਸਿਵ ਲੇਖਕ ਸੰਘ ਦੇ ਜਨਰਲ ਸੈਕਟਰੀ ਨੇ ਪੰਜਾਬ ਦੇ। ਵੱਖ-ਵੱਖ ਵਿਸ਼ਿਆਂ ਤੇ ਹਮੇਸ਼ਾ ਬੇਵਾਕ ਬੋਲਦੇ ਰਹੇ ਹੈ, ਆਪਣੀਆਂ ਟਿੱਪਣੀਆਂ ਦਿੰਦੇ ਰਹੇ ਹੈ ਤੇ ਸਮਾਜ ਪ੍ਰਤੀ ਆਪਣੀ ਕਲਮ ਦੇ ਰਾਹੀਂ, ਆਪਣੇ ਭਾਸ਼ਣਾਂ ਦੇ ਰਾਹੀਂ ਆਪਣੀ ਗੱਲ ਨੂੰ ਲੋਕਾਂ ਦੇ ਨਾਲ ਹਮੇਸ਼ਾ ਜ਼ਾਹਿਰ ਕਰਦੇ ਰਹੇ ਹੈ, ਲੋਕਾਂ ਦੇ ਨਾਲ ਖੜਦੇ ਰਹੇ ਹੈ। ਸੋ ਅੱਜ ਜਦੋਂ ਲੇਖਕਾਂ ਤੇ ਇੱਕ ਬਹੁਤ ਵੱਡੀ ਖਬਰ ਨੈਸ਼ਨਲ ਮੀਡੀਆ ਦੇ ਉੱਤੇ ਆਈ, ਸਾਡੇ ਤੱਕ ਪਹੁੰਚੀ, ਤਾਂ ਅਸੀਂ ਇਹ ਕੋਸ਼ਿਸ਼ ਕੀਤੀ ਕਿ ਇਸ ਖਬਰ ਨੂੰ ਸਾਡੇ ਜਿਹੜੇ ਲੇਖਕ ਸੰਘ ਦੇ ਜਿਹੜੇ ਸਾਥੀ ਨੇ ਉਹ ਕਿਵੇਂ ਦੇਖਦੇ ਨੇ, ਕਿਉਂਕਿ ਜਿਸ ਤਰ੍ਹਾਂ ਦੀ ਜ਼ੁਬਾਨਬੰਦੀ ਦਾ ਦੌਰ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ, ਖਾਸ ਤੌਰ ਤੇ ਜਦੋਂ ਦੀ ਇਹ ਬੀਜੇਪੀ ਗਵਰਨਮੈਂਟ ਆਈ ਹੈ ਉਸ ਸਮੇਂ ਤੋਂ ਇਹ ਜ਼ਿਆਦਾ ਹਮਲੇ ਹੋਣੇ ਸ਼ੁਰੂ ਹੋ ਗਏ ਨੇ। ਉਸੇ ਸੰਦਰਭ 'ਚ ਇੱਕ ਮਸਲਾ ਜਿਹੜਾ ਸਾਡੇ ਸਾਹਮਣੇ ਆਇਆ ਕਿ ਸੰਸਦੀ ਕਮੇਟੀ ਨੇ ਇੱਕ ਫੈਸਲਾ ਕੀਤਾ ਹੈ ਜਿਹਦੇ ਕਿ ਜਿੰਨੇ ਵੀ ਅਵਾਰਡੀ ਲੇਖਕ ਨੇ, ਜਿਹੜੇ ਸਾਹਿਤਕ ਅਕਾਦਮੀ ਤੋਂ ਅਵਾਰਡ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਇੱਕ ਐਫੀਡੈਵਿਟ ਦੇਣਾ ਪਏਗਾ ਕੋਈ ਵੀ ਅਵਾਰਡ ਲੈਣ ਤੋਂ ਪਹਿਲਾਂ ਕਿ ਇਹ ਅਵਾਰਡ ਮੈਂ ਵਾਪਸ ਨਹੀਂ ਕਰਾਂਗਾ। ਉਸ ਦੇ ਸੰਬੰਧੀ ਡਾਕਟਰ ਸਾਹਿਬ ਦੇ ਨਾਲ ਆਪਾਂ ਸਾਰੇ ਰਲ ਕੇ ਗੱਲ ਕਰਾਂਗੇ ਤੇ ਉਹਦੇ ਬਾਰੇ ਇਹਨਾਂ ਦੀ ਕੀ ਰਾਏ ਹੈ, ਇਹ ਕੀ ਸੋਚਦੇ ਹੈ, ਉਸ ਨੂੰ ਅਸੀਂ ਸਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਜਿਹੜਾ ਇਹ ਫਰਮਾਨ ਜਿਹੜਾ ਲੈ ਕੇ ਆਈ ਹੈ ਮੋਦੀ ਗਵਰਨਮੈਂਟ, ਇਹਦੇ ਬਾਰੇ ਤੁਸੀਂ ਇੱਕ ਲੇਖਕ ਦੇ ਤੌਰ ਤੇ ਕਿਵੇਂ ਸਮਝਦੇ ਹੋ? ਦੇਖੋ ਸਤਪਾਲ, ਅਸੀਂ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ ਪੂਰੇ ਸੰਸਾਰ ਨੇ ਡੈਮੋਕ੍ਰੈਟਿਕ ਰਾਈਟਸ ਲਈ ਕਿ ਪੂਰੀ ਦੁਨੀਆ ਦੇ ਵਿੱਚ ਮਨੁੱਖ ਨੂੰ ਬੋਲਣ ਦੀ ਆਜ਼ਾਦੀ ਹੋਵੇ, ਮਨੁੱਖ ਨੂੰ ਆਪਣੀ ਰਾਏ ਦੇਣ ਦੀ ਆਜ਼ਾਦੀ ਹੋਵੇ,
ਮਨੁੱਖ ਨੂੰ ਆਪਣੀ ਮਰਜ਼ੀ ਦੇ ਆਗੂ ਚੁਣਨ ਦੀ ਆਜ਼ਾਦੀ ਹੋਵੇ, ਮਨੁੱਖ ਨੂੰ ਪਬਲਿਕ ਓਪੀਨੀਅਨ ਬਿਲਡ ਕਰਨ ਦੀ ਆਜ਼ਾਦੀ ਹੋਵੇ। ਇਸ ਆਜ਼ਾਦੀ ਲਈ ਲੱਖਾਂ ਕੁਰਬਾਨੀਆਂ ਹੋਈਆਂ ਵੱਖ-ਵੱਖ ਮੁਲਕਾਂ ਦੇ ਵਿੱਚ ਆਪਣੇ ਪੱਧਰ ਤੇ। ਜੀ ਹਿੰਦੁਸਤਾਨ ਦੇ ਵਿੱਚ ਕਦੇ ਡਿਕਟੇਟਰਸ਼ਿਪ ਸੀ, ਉਸ ਡਿਕਟੇਟਰਸ਼ਿਪ ਦੇ ਖਿਲਾਫ, ਚਾਹੇ ਉਹ ਮੁਗਲਾਂ ਦੀ ਸੀ, ਉਸ ਤੋਂ ਬਾਅਦ ਉਹ ਗੋਰਿਆਂ ਦੀ ਸੀ, ਉਹਦੇ ਖਿਲਾਫ ਭਾਰਤੀਆਂ ਨੇ ਇੱਕ ਲੰਮੀ ਲੜਾਈ ਲੜੀ ਤੇ ਉਸ ਲੰਮੀ ਲੜਾਈ ਤੋਂ ਬਾਅਦ ਸਾਡੇ ਸੰਵਿਧਾਨ ਰਾਹੀਂ ਸਾਨੂੰ ਇਹ ਰਾਈਟ ਮਿਲਿਆ, ਸਾਨੂੰ ਇਹ ਅਧਿਕਾਰ ਮਿਲਿਆ ਕਿ ਹੁਣ ਹਰੇਕ ਭਾਰਤੀ ਕੋਲੇ ਪ੍ਰਗਟਾਵੇ ਦੀ ਆਜ਼ਾਦੀ ਹੈ ਜੀ, ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਆਪਣੇ ਰਾਏ ਰੱਖਣ ਦੀ ਆਜ਼ਾਦੀ ਹੈ। ਤੇ ਉਹਦੇ ਤਹਿਤ ਇੱਕ ਲੇਖਕ ਲਿਖਦਾ ਹੈ, ਇੱਕ ਲੇਖਕ ਬੋਲਦਾ ਹੈ, ਉਹ ਸਾਹਿਤ ਦੀਆਂ ਅਲੱਗ-ਅਲੱਗ ਵਿਧਾਵਾਂ ਦੇ ਵਿੱਚ ਕੰਮ ਕਰਦਾ ਹੈ ਤੇ ਉਹਦਾ ਕੰਮ ਵੱਡੇ ਪੱਧਰ ਤੇ ਪਾਠਕਾਂ ਤੱਕ, ਦਰਸ਼ਕਾਂ ਤੱਕ, ਸਰੋਤਿਆਂ ਤੱਕ ਵੱਖ-ਵੱਖ ਵਿਧਾਵਾਂ ਰਾਹੀਂ ਜਾਂਦਾ ਹੈ ਜੀ। ਉਹ ਚਾਹੇ ਕਵਿਤਾ ਹੈ, ਚਾਹੇ ਨਾਵਲ ਹੈ, ਚਾਹੇ ਨਾਟਕ ਹੈ, ਚਾਹੇ ਕਹਾਣੀ ਹੈ, ਈਵਨ ਜਿਹੜੇ ਸਕਰੀਨ ਦੇ ਮਾਧਿਅਮ ਨੇ, ਚਾਹੇ ਟੈਲੀਵਿਜ਼ਨ ਹੈ, ਚਾਹੇ ਫਿਲਮ ਹੈ ਤੇ ਅੱਜਕੱਲ੍ਹ ਹੋਰ ਬਹੁਤ ਸਾਰੇ ਨਵੇਂ ਮਾਧਿਅਮ ਨੇ। ਜੀ ਜੀ। ਸੋ ਉਹ ਇਹ ਸਾਰੀਆਂ ਚੀਜ਼ਾਂ ਉਸ ਪ੍ਰਗਟਾਵੇ ਦੀ ਆਜ਼ਾਦੀ ਦੇ ਤਹਿਤ ਆਉਂਦੀਆਂ ਨੇ ਤੇ ਇਹ ਚੀਜ਼ਾਂ ਸੱਤਾ ਨੂੰ ਮੁਆਫਕ ਨਹੀਂ ਆਉਂਦੀਆਂ ਹੈਗੀਆਂ ਜੀ, ਕਿਉਂਕਿ ਲੇਖਕ ਨੇ ਹਮੇਸ਼ਾ ਸਮਾਜ ਦੀ ਦੁੱਖ ਦੀ ਰਗ ਤੇ ਹੱਥ ਧਰਨਾ ਹੁੰਦਾ ਹੈ। ਉਹ ਕਮਜ਼ੋਰ ਥਾਵਾਂ ਤੇ ਉਂਗਲ ਧਰਨੀ ਹੁੰਦੀ ਹੈ ਜਿਹੜੀਆਂ ਸਾਡੇ ਸਿਸਟਮ ਦੀਆਂ ਵਿਸੰਗਤੀਆਂ ਹੁੰਦੀਆਂ ਨੇ ਤੇ ਬਹੁਤੀਆਂ ਵਿਸੰਗਤੀਆਂ ਸੱਤਾ ਦੁਆਰਾ ਪੈਦਾ ਕੀਤੀਆਂ ਹੁੰਦੀਆਂ ਨੇ। ਜੋ ਸਾਡਾ ਰਾਜਸੀ ਲਾਣਾ ਹੈ ਉਹਦੀ ਜਿਹੜੀ ਨੀਤ ਹੈ ਉਹ ਕਦੇ ਵੀ ਲੋਕ ਪੱਖੀ ਨਹੀਂ ਹੁੰਦੀ ਹੈਗੀ, ਉਹ ਸੱਤਾ ਪ੍ਰਸਤੀ ਹੁੰਦੀ ਹੈ ਉਹਦੇ ਵਿੱਚ ਤੇ ਉਹ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਸਾਡੀਆਂ ਬਹੁਤ ਸਾਰੀਆਂ ਆਜ਼ਾਦੀਆਂ ਤੇ ਪਾਬੰਦੀਆਂ ਲਾਉਣਾ ਚਾਹੁੰਦਾ ਹੈ। ਉਹਦੇ ਤਹਿਤ ਪਿਛਲੇ ਲੰਮੇ ਸਮੇਂ ਤੋਂ ਇਹ ਰੁਝਾਨ ਜਾਰੀ ਹੈ ਤੇ ਖਾਸ ਤੌਰ ਤੇ ਜਦੋਂ ਦੀ ਬੀਜੇਪੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ, ਚਾਹੇ ਉਹ ਪੱਤਰਕਾਰ ਨੇ, ਚਾਹੇ ਉਹ ਸਾਹਿਤਕਾਰ ਨੇ, ਚਾਹੇ ਉਹ ਚਿੰਤਕ ਨੇ, ਇਹਨਾਂ ਸਾਰਿਆਂ ਦੀ ਜ਼ੁਬਾਨਬੰਦੀ ਕੀਤੀ ਜਾਵੇ। ਜੀ ਜੇ ਕੋਈ ਪੱਤਰ ਜੀ ਜੀ ਡਾਕਟਰ ਸਾਹਿਬ, ਜਿਵੇਂ ਕਿਹਾ ਜਾ ਰਿਹਾ ਹੈ ਜਾਂ ਸੰਸਦੀ ਕਮੇਟੀ ਨੇ ਜਿਹੜਾ ਦਾਅਵਾ ਪੇਸ਼ ਕੀਤਾ ਹੈ, ਜਿਹੜੀ ਗੱਲ ਪੇਸ਼ ਕੀਤੀ ਹੈ, ਉਹਨਾਂ ਨੇ ਇਹ ਗੱਲ ਕਹੀ ਕਿਉਂਕਿ ਜਿੰਨੇ ਵੀ ਅਵਾਰਡ ਪਹਿਲਾਂ ਵਾਪਸ ਕੀਤੇ ਗਏ, ਪਹਿਲਾਂ ਭਾਵੇਂ ਇਹ 2015 ਦੀ ਗੱਲ ਹੋਵੇ ਜਦੋਂ ਐਮ ਕਲਵਰਗੀ ਵਰਗੇ ਜਦੋਂ ਲੇਖਕਾਂ ਦਾ ਕਤਲ ਹੁੰਦਾ ਹੈ ਤਾਂ ਉਹਦੇ ਵਿਰੋਧ 'ਚ 39 ਲੇਖਕ ਜਿਹੜੇ ਆਪਣੇ ਅਵਾਰਡ ਵਾਪਸ ਕਰਦੇ ਨੇ ਤੇ 10 ਉਹਨਾਂ 'ਚੋਂ ਪੰਜਾਬੀ ਸਾਹਿਤਕਾਰ ਸੀਗੇ। ਇਹ ਸਾਡੇ ਲਈ ਮਾਣ ਵਾਲੀ ਗੱਲ ਵੀ ਸੀ, ਪਰ ਉਹਨਾਂ ਦਾ ਇਹ ਕਹਿਣਾ ਕਿ ਇਹ ਜਿਹੜੇ ਅਵਾਰਡ ਵਾਪਸ ਕੀਤੇ ਗਏ ਹੈ ਇਹਨਾਂ ਦਾ ਸਾਹਿਤ ਨਾਲ ਕੋਈ ਸੰਬੰਧ ਨਹੀਂ ਸੀ, ਇਹਨਾਂ ਦਾ ਸੱਭਿਆਚਾਰ ਨਾਲ ਕੋਈ ਸੰਬੰਧ ਨਹੀਂ ਸੀ, ਇਹ ਅਵਾਰਡ ਨਿਰੋਲ ਸਿਆਸਤ ਨੂੰ ਤੋਂ ਪ੍ਰੇਰਿਤ ਹੋ ਕੇ ਇਹ ਵਾਪਸ ਕੀਤੇ ਬਾਰੇ ਇਹ ਟਿੱਪਣੀ ਬਾਰੇ ਤੁਸੀਂ ਕੀ ਕਹੋ? ਦੋ ਗੱਲਾਂ ਬਹੁਤ ਮਹੱਤਵਪੂਰਨ ਨੇ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਅਵਾਰਡ ਸੱਤਾ ਦੁਆਰਾ ਦਿੱਤੀ ਖੈਰਾਤ ਨਹੀਂ ਹੁੰਦਾ ਹੈਗਾ ਜੀ। ਅਸਲ ਸੱਤਾ ਉਹਨੂੰ ਇਹ ਸਮਝਦੀ ਹੈ ਕਿ ਅਸੀਂ ਇੱਕ ਖੈਰਾਤ ਦੇ ਰਹੇ ਹਾਂ, ਅਸੀਂ ਲੋਕਾਂ ਨੂੰ ਅਵਾਰਡਾਂ ਰਾਹੀਂ ਖਰੀਦ ਰਹੇ ਹਾਂ, ਉਹਦੇ ਵਿੱਚੋਂ ਗੱਲਾਂ ਪੈਦਾ ਹੁੰਦੀਆਂ ਨੇ। ਜਿਹੜਾ ਅਵਾਰਡ ਹੁੰਦਾ ਹੈ ਕਿਸੇ ਕੰਮ ਕਰਨ ਵਾਲੇ ਬੰਦੇ ਦਾ ਸੁਭਾਵਿਕ ਹੱਕ ਹੁੰਦਾ ਹੈ ਜੀ। ਜਿਹੜੀ ਪ੍ਰਸ਼ੰਸਾ ਹੁੰਦੀ ਹੈ, ਜਿਹੜਾ ਥਾਪੜਾ ਹੁੰਦਾ ਹੈ, ਉਹ ਬਾਅਦ ਦੇ ਵਿੱਚ ਇਹੀ ਪ੍ਰਸ਼ੰਸਾ ਤੇ ਇਹੀ ਥਾਪੜਾ ਅਵਾਰਡਾਂ ਦੇ ਰੂਪ ਦੇ ਵਿੱਚ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸਥਾਪਿਤ ਹੋਈ। ਸੋ ਇਹ ਉਸ ਬੰਦੇ ਦਾ ਇੱਕ ਸੁਭਾਵਿਕ ਤੌਰ ਤੇ ਹੱਕ ਹੁੰਦਾ ਹੈ ਜਿਹੜਾ ਬੰਦਾ ਲੋਕਾਂ ਲਈ ਕੰਮ ਕਰਦਾ ਹੈ, ਲੋਕਾਂ ਦੇ ਵਿੱਚ ਵਿਚਰਦਾ ਹੈ, ਜਿਹਨੇ ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਹੁੰਦੀ ਹੈ। ਸੋ ਜਿਹੜੇ ਇਹ ਅਵਾਰਡ ਮਿਲਦੇ ਨੇ ਇਹ ਕੋਈ ਇਹ ਨਹੀਂ ਹੈਗਾ ਕਿ ਸਰਕਾਰ ਸਾਡੀ ਝੋਲੀ ਦੇ ਵਿੱਚ ਖੈਰ ਪਾਉਂਦੀ ਹੈ ਤੇ ਉਹ ਬਹੁਤ ਵੱਡੀ ਦਾਤਾ ਹੁੰਦੀ ਹੈ। ਇਸ ਮਾਮਲੇ 'ਚ ਇਹ ਸੁਭਾਵਿਕ ਤੌਰ ਤੇ ਕਮੇਟੀਆਂ ਬਣਦੀਆਂ ਨੇ ਤੇ ਉਹ ਕਮੇਟੀਆਂ ਉਹਨਾਂ ਲੋਕਾਂ ਦੀ ਚੋਣ ਕਰਦੀਆਂ ਨੇ ਜਿਹੜੇ ਲੋਕਾਂ ਲਈ ਕੰਮ ਕਰਦੇ ਨੇ, ਜਿਹੜੇ ਲੋਕਾਂ ਲਈ ਲਿਖਦੇ ਨੇ, ਜਿਹੜੇ ਲੋਕ ਮਸਲਿਆਂ ਨੂੰ ਉਠਾਉਂਦੇ ਨੇ। ਤੇ ਸਿਆਸੀ ਹੋਣਾ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਕਿ ਸਿਆਸਤ ਇੱਕ ਵੱਖਰੀ ਚੀਜ਼ ਹੁੰਦੀ ਹੈ, ਸਿਆਸਤ ਵੀ ਸਾਡੀ ਜ਼ਿੰਦਗੀ ਦਾ ਇੱਕ ਅੰਗ ਹੈ। ਮਨੁੱਖ ਦੀ ਕੋਈ ਵੀ ਚੀਜ਼ ਸਿਆਸਤ ਤੋਂ ਵੱਖਰੀ ਨਹੀਂ ਹੁੰਦੀ ਹੈਗੀ। ਜੇ ਆਪਾਂ ਇੱਥੇ ਦੋ ਬੰਦੇ ਬੈਠੇ ਹਾਂ ਆਪਣੀ ਵੀ ਇੱਕ ਸਿਆਸਤ ਹੈ, ਜੇ ਆਪਾਂ ਗੱਲ ਕਰ ਰਹੇ ਹਾਂ ਆਪਣੀ ਵੀ ਇੱਕ ਸਿਆਸਤ ਹੈ। ਸੋ ਜੇ ਇਹਨੂੰ ਇਹ ਕਹਿਣਾ ਕਿ ਇਹ ਇੱਕ ਸਿਆਸੀ ਗੱਲਾਂ ਅਸੀਂ ਜਿਨ੍ਹਾਂ ਕਰਕੇ ਅਵਾਰਡ ਵਾਪਸ ਕੀਤੇ ਹੋਏ, ਕੋਈ ਵੀ ਗੱਲ ਨਰੋਲ ਸਿਆਸੀ ਨਹੀਂ ਹੁੰਦੀ ਤੇ ਹਰ ਗੱਲ ਸਿਆਸੀ ਹੁੰਦੀ ਹੈ। ਸੋ ਜਦੋਂ ਇੱਕ ਲੇਖਕ ਸੁਚੇਤ ਤੌਰ ਤੇ ਸਮਾਜ ਦੇ ਵਿੱਚ ਵਿਚਰਦਾ ਹੈ, ਉਹਦੀਆਂ ਸੰਵੇਦਨਾਵਾਂ ਬਹੁਤ ਸਾਰੀਆਂ ਗੱਲਾਂ ਨੂੰ ਮਹਿਸੂਸ ਕਰਦੀਆਂ ਨੇ ਤੇ ਜਦੋਂ ਉਹਨੂੰ ਲੱਗਦਾ ਹੈ ਕਿ ਇੱਕ ਅਨਿਆਂ ਹੋ ਰਿਹਾ ਹੈ, ਇੱਕ ਸੱਤਾ ਅਨਿਆਂ ਕਰ ਰਹੀ ਹੈ, ਉਹ ਉਸ ਅਨਿਆਂ ਦੇ ਖਿਲਾਫ ਆਪਣੀ ਇੱਕ ਆਵਾਜ਼ ਬੁਲੰਦ ਕਰਦਾ ਹੈ। ਉਹ ਆਵਾਜ਼ ਕਲਮ ਰਾਹੀਂ ਵੀ ਬੁਲੰਦ ਕਰਦਾ ਹੈ, ਉਹ ਆਵਾਜ਼ ਡਾਇਰੈਕਟਲੀ ਧਰਨੇ ਮੁਜ਼ਾਹਰਿਆਂ 'ਚ ਜਾ ਕੇ ਵੀ ਬੁਲੰਦ ਕਰਦਾ ਹੈ, ਉਹ ਆਵਾਜ਼ ਸੱਤਾ ਨੂੰ ਚਿੱਠੀਆਂ ਲਿਖ ਕੇ ਵੀ ਬੁਲੰਦ ਕਰਦਾ ਹੈ। ਤੇ ਜਦੋਂ ਪਾਣੀ ਸਿਰੋਂ ਲੰਘਦਾ ਹੈ ਫਿਰ ਉਹ ਪ੍ਰੋਟੈਸਟ ਦੇ ਤੌਰ ਤੇ ਸਰਕਾਰਾਂ ਦੁਆਰਾ ਜਾਂ ਅਕਾਦਮੀਆਂ ਦੁਆਰਾ ਦਿੱਤੇ ਹੋਏ ਅਵਾਰਡਾਂ ਨੂੰ ਵਾਪਸ ਕਰਕੇ ਕਰਦਾ ਹੈ ਤਾਂ ਕਿ ਦੁਨੀਆ ਦੇ ਵਿੱਚ ਇੱਕ ਸੁਨੇਹਾ ਜਾ ਸਕੇ। ਅਵਾਰਡ ਵਾਪਸੀ ਦਾ ਹੋਰ ਕੋਈ ਮਤਲਬ ਨਹੀਂ ਹੁੰਦਾ ਹੈਗਾ। ਜਿਹੜੇ ਬੰਦੇ ਨੂੰ ਅਵਾਰਡ ਮਿਲ ਗਿਆ, ਜੇ ਰਵਿੰਦਰਨਾਥ ਟੈਗੋਰ ਨੂੰ ਨੋਬਲ ਪ੍ਰਾਈਜ਼ ਮਿਲ ਗਿਆ
ਜਾਂ ਉਹਨੂੰ ਕੋਈ ਸਰਦੀ ਉਪਾਧੀ ਮਿਲ ਗਈ, ਉਹਨੇ ਸਰਦੀ ਉਪਾਧੀ ਜਲਿਆਂਵਾਲੇ ਬਾਗ ਕਾਂਡ ਦੇ ਵਿਰੋਧ 'ਚ ਵਾਪਸ ਕਰਤੀ, ਤਾਂ ਇਹਦੇ ਨਾਲ ਨਾ ਤਾਂ ਰਵਿੰਦਰਨਾਥ ਟੈਗੋਰ ਨਾਲੋਂ ਕੁਝ ਲਿਆ ਤੇ ਨਾ ਕੁਝ ਲੱਗਿਆ ਉਹਦੇ ਨਾਲ। ਜਿਹੜੇ ਅਵਾਰਡ ਮਿਲ ਜਾਂਦੇ ਨੇ ਉਹ ਮਿਲ ਜਾਂਦੇ ਨੇ ਪੱਕੇ ਤੌਰ ਤੇ, ਪਰ ਅਵਾਰਡ ਵਾਪਸੀ ਦਾ ਮਤਲਬ ਸਿੰਬੋਲਿਕ ਹੁੰਦਾ ਹੈ, ਇੱਕ ਪ੍ਰਤੀਕ ਹੁੰਦਾ ਹੈ ਕਿ ਸਾਨੂੰ ਸੱਤਾ ਦਾ ਇਹ ਵਰਤਾਰਾ ਪਸੰਦ ਨਹੀਂ ਹੈਗਾ, ਕਿਉਂਕਿ ਲੇਖਕ ਇੱਕ ਵੱਡੀ ਹਸਤੀ ਹੁੰਦਾ ਹੈ ਜਿਹਨੂੰ ਸੁਣਿਆ ਜਾਂਦਾ ਹੈ, ਜਿਹਨੂੰ ਪੜ੍ਹਿਆ ਜਾਂਦਾ ਹੈ, ਜਿਹਦੀ ਗੱਲ ਨੂੰ ਸਮਾਜ ਗੌਲਦਾ ਹੈ ਤੇ ਜਿਹਦਾ ਲੋਕਾਂ ਦੇ ਵਿੱਚ ਇੱਕ ਰੁਤਬਾ ਹੁੰਦਾ ਹੈ। ਤੇ ਜਦੋਂ ਲੇਖਕ ਪ੍ਰੋਟੈਸਟ ਵਜੋਂ ਕੋਈ ਅਵਾਰਡ ਵਾਪਸ ਕਰਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਪੈਸੇ ਵਾਪਸ ਕਰਦਾ ਹੈ ਜਾਂ ਪੈਸੇ ਨਹੀਂ ਵਾਪਸ ਕਰਦਾ ਜਾਂ ਉਹ ਕੀ ਵਾਪਸ ਕਰਦਾ ਹੈ। ਉਹਦਾ ਇੱਕ ਪ੍ਰਤੀਕਾਤਮਕ ਮਹੱਤਵ ਹੈ ਕਿ ਜੇ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਇਹ ਕੰਮ ਲੋਕ ਪੱਖੀ ਨਹੀਂ ਹੈਗੇ ਤੇ ਅਸੀਂ ਲੋਕਾਂ ਲਈ ਜਿਉਂਦੇ ਹਾਂ, ਅਸੀਂ ਲੋਕਾਂ ਲਈ ਲਿਖਦੇ ਹਾਂ, ਇਸ ਕਰਕੇ ਅਸੀਂ ਲੋਕਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਇਹ ਕਹਿ ਲਓ ਕਿ ਲੋਕ ਪੱਖੀ ਲੇਖਕ ਦੀ ਸੱਤਾ ਦੇ ਕੰਮਾਂ ਪ੍ਰਤੀ ਅਸਹਿਮਤੀ ਹੁੰਦਾ ਅਵਾਰਡ ਵਾਪਸ। ਜੀ ਸਰ, ਜਿਵੇਂ ਇੱਕ ਹੋਰ ਗੱਲ ਆਪਾਂ ਨੇ ਪਿਛਲੇ ਸਮੇਂ 'ਚ ਦੇਖੀ ਹੈ ਕਿ ਪਹਿਲਵਾਨਾਂ ਦੇ ਧਰਨੇ ਦੌਰਾਨ ਵੀ ਉਹਨਾਂ ਨੇ ਆਪਣੇ ਅਵਾਰਡ ਜਿਹੜੇ ਓਲੰਪੀਅਨ ਨੇ ਸਾਡੇ ਦੇਸ਼ ਦਾ, ਸਾਡੇ ਦਾ ਬਹੁਤ ਮਾਣ ਉਹਨਾਂ ਨੇ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਨੇ ਵਧਾਇਆ। ਉੱਥੇ ਵੀ ਉਹਨਾਂ ਨੇ ਜਿਹੜੀ ਆਪਣੀ ਅਵਾਰਡ ਵਾਪਸੀ ਜਾਂ ਗੰਗਾ 'ਚ ਤੈਰਨ ਦੀਆਂ ਜਿਹੜੇ ਆਪਣੇ ਮੈਡਲ ਜਿਹੜੇ ਉਹਨਾਂ ਨੇ ਗੱਲ ਕੀਤੀ। ਹੁਣ ਇਹ ਸਾਰੀਆਂ ਘਟਨਾਵਾਂ ਤੋਂ ਬਾਅਦ ਜਿਹੜਾ ਪ੍ਰਤੀਕਰਮ ਜਿਹੜਾ ਖਾਸ ਤੌਰ ਤੇ ਬੀਜੇਪੀ ਧੜੇ ਦਾ ਆ ਰਿਹਾ ਸੀ, ਉਹਦਾ ਇਹ ਸੀ ਕਿ ਵੀ ਇਹਦੇ ਨਾਲ ਦੇਸ਼ ਦੀ ਛਵੀ ਖਰਾਬ ਹੁੰਦੀ ਹੈ ਇੰਟਰਨੈਸ਼ਨਲ ਤੌਰ ਤੇ ਇਸੇ ਜੇਕਰ ਅਸੀਂ ਅਕਾਦਮੀਆਂ ਵਾਲੇ ਮਾਮਲੇ 'ਚ ਗੱਲ ਕਰੀਏ ਤਾਂ ਇੱਥੇ ਇਹ ਕਹਿ ਰਹੇ ਹੈ ਵੀ ਇਹਦੇ ਨਾਲ ਅਕਾਦਮੀਆਂ ਦੀ ਛਵੀ ਖਰਾਬ ਹੁੰਦੀ ਹੈ ਜੇਕਰ ਤੁਸੀਂ ਅਵਾਰਡ ਵਾਪਸ ਕਰਦੇ ਹੋ। ਇਸ ਟਿੱਪਣੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦਾ ਵੀ ਮਤਲਬ ਗੱਲ ਜਿਹੜੀ ਘਟਨਾ ਵਾਪਰਦੀ ਹੈ ਉਹ ਘਟਨਾ ਸੱਤਾ ਦੁਆਰਾ ਕ੍ਰੀਏਟ ਕੀਤੀ ਜਾਂਦੀ ਹੈ। ਜੇ ਪਹਿਲਵਾਨ ਕੁੜੀਆਂ ਦਾ ਮਸਲਾ ਆਇਆ ਤਾਂ ਸੱਤਾ 'ਚ ਬੈਠੇ ਇੱਕ ਬੰਦੇ ਨੇ ਉਹਨਾਂ ਕੁੜੀਆਂ ਦਾ ਸ਼ੋਸ਼ਣ ਕੀਤਾ ਜਿਹੜੀਆਂ ਕੁੜੀਆਂ ਦੇਸ਼ ਲਈ ਲੜਦੀਆਂ ਨੇ। ਇੱਕ ਪਾਸੇ ਉਹ ਵਿਕਟਰੀ ਸਟੈਂਡ ਤੇ ਖੜੇ ਹੋ ਕੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਚੁੰਮਦੀਆਂ ਨੇ, ਉਹਦਾ ਸਤਿਕਾਰ ਵਧਾਉਂਦੀਆਂ ਨੇ, ਪਰ ਦੂਜੇ ਪਾਸੇ ਉਸੇ ਸੱਤਾ 'ਚ ਬੈਠੇ ਬੰਦੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ। ਤੇ ਜੇ ਕੋਈ ਕੁੜੀ ਸਰੀਰਕ ਸ਼ੋਸ਼ਣ ਦੇ ਖਿਲਾਫ, ਕਿਸੇ ਬਲਾਤਕਾਰੀ, ਕਿਸੇ ਰੇਪਿਸਟ, ਕਿਸੇ ਘਟੀਆ ਬੰਦੇ ਦੇ ਖਿਲਾਫ ਖੜੀ ਹੁੰਦੀ ਹੈ ਤਾਂ ਇਹਦੇ ਨਾਲ ਦੇਸ਼ ਦਾ ਮਾਣ ਤਾਂ ਵੱਧਦਾ ਹੈ ਜੀ। ਇਹਦੇ ਨਾਲ ਤਾਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ ਜਾਂਦੀ ਹੈ। ਪੂਰੀ ਦੁਨੀਆ ਦੇ ਵਿੱਚ ਉਹ ਜਿਹੇ ਉਹਨਾਂ ਕੁੜੀਆਂ ਤੇ ਮਾਣ ਹੋਣਾ ਚਾਹੀਦਾ ਸਾਨੂੰ ਕਿ ਉਹਨਾਂ ਨੇ ਕੁੜੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਤੇ ਕੁੜੀਆਂ ਨੂੰ ਖੜੇ ਹੋਣ ਜੋਗਾ ਬਣਾਇਆ, ਕੁੜੀਆਂ ਨੂੰ ਸਿਰ ਉੱਚਾ ਕਰਕੇ ਜਿਉਣਾ ਸਿਖਾਇਆ। ਉਹ ਕੁੜੀਆਂ ਤਾਂ ਰੋਲ ਮਾਡਲ ਬਣੀਆਂ। ਪਰ ਸੱਤਾ ਨੂੰ ਇਹ ਗੱਲਾਂ ਪਸੰਦ ਨਹੀਂ ਹੁੰਦੀਆਂ ਹੈਗੀਆਂ। ਉਹਨਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਜਿਹੜੇ ਇਹੋ ਜਿਹੇ ਬੰਦੇ ਸੱਤਾ 'ਚ ਬੈਠੇ ਨੇ ਉਹ ਦੇਸ਼ ਦੇ ਨਾਂ ਨੂੰ ਕਲੰਕਿਤ ਕਰ ਰਹੇ ਨੇ, ਉਹ ਲੋਕ ਕਲੰਕਿਤ ਨਹੀਂ ਕਰ ਰਹੇ ਹੈਗੇ ਜਿਹੜੇ ਉਹਦੇ ਖਿਲਾਫ ਪ੍ਰੋਟੈਸਟ ਕਰਦੇ ਨੇ। ਸੇਮ ਗੱਲ ਸਾਹਿਤਕਾਰਾਂ ਦੀ ਹੈ। ਪੂਰੀ ਦੁਨੀਆ ਦੇ ਵਿੱਚ ਇਹ ਇਕੱਲਾ ਇਹ ਨਹੀਂ ਕਿ ਭਾਰਤ ਦੇ ਵਿੱਚ ਹੋਇਆ ਹੈ, ਪੂਰੀ ਦੁਨੀਆ ਦੇ ਵਿੱਚ ਜਦੋਂ ਪ੍ਰੋਟੈਸਟ ਹੁੰਦੇ ਨੇ ਤਾਂ ਵੱਡੇ ਵੱਡੇ ਸਾਹਿਤਕਾਰ ਅਵਾਰਡ ਵਾਪਸ ਕਰਦੇ ਨੇ। ਨੋਬਲ ਪ੍ਰਾਈਜ਼ ਵੀ ਲੈਣ ਤੋਂ ਇਨਕਾਰ ਕੀਤਾ, ਨੋਬਲ ਪ੍ਰਾਈਜ਼ ਵੀ ਵਾਪਸ ਕੀਤੇ ਗਏ ਨੇ, ਸਾਹਿਤ ਅਕਾਦਮੀ ਦੇ ਅਵਾਰਡ ਵੀ ਵਾਪਸ ਕੀਤੇ ਗਏ ਨੇ, ਹੋਰ ਬਹੁਤ ਸਾਰੇ ਅਵਾਰਡ ਵਾਪਸ ਕੀਤੇ ਗਏ ਨੇ। ਇਹ ਅਕਾਦਮੀਆਂ ਦੀ ਬੇਇੱਜ਼ਤੀ ਨਹੀਂ ਹੈਗੀ, ਇਹ ਤਾਂ ਲੇਖਕ ਦੀ ਜਾਗਦੀ ਜ਼ਮੀਰ ਦਾ ਪ੍ਰਤੀਕ ਹੁੰਦੇ ਨੇ ਕਿ ਲੇਖਕ ਨੂੰ ਕੋਈ ਸੰਸਥਾ ਜਾਂ ਕੋਈ ਸਰਕਾਰ ਖਰੀਦ ਨਹੀਂ ਸਕਦੀ ਹੈਗੀ। ਲੇਖਕ ਨੇ ਲੋਕ ਹੱਕਾਂ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨੀ ਹੁੰਦੀ ਹੈ। ਤੇ ਜਿਹੜੇ ਦੇਸ਼ ਦੇ ਵਿੱਚ ਇਹੋ ਜਿਹੇ ਜਾਗਦੀ ਜ਼ਮੀਰ ਵਾਲੇ ਲੋਕ ਜਿਉਂਦੇ ਨੇ, ਜਿਹੜੇ ਸੱਤਾ ਦੀ ਕਿਸੇ ਵੀ ਮਾੜੀ ਗੱਲ ਤੇ ਉਂਗਲ ਧਰਦੇ ਨੇ, ਉਹੀ ਤਾਂ ਦੇਸ਼ ਹੁੰਦੇ ਨੇ ਅਸਲ ਦੇ ਵਿੱਚ। ਉਹਨਾਂ ਕਰਕੇ ਤਾਂ ਦੇਸ਼ ਉਸਰਦਾ ਹੈ, ਉਹਨਾਂ ਕਰਕੇ ਤਾਂ ਕੋਈ ਕਿਸੇ ਦੇਸ਼ ਦਾ ਮਾਣ ਵੱਧਦਾ ਹੈ। ਸੋ ਅਕਾਦਮੀ ਹੋਵੇ ਜਾਂ ਕੋਈ ਸਪੋਰਟਸ ਦੀਆਂ ਸੰਸਥਾਵਾਂ ਹੋਣ, ਜਦੋਂ ਕਿਤੇ ਵੀ ਬੇਇਨਸਾਫੀ ਹੁੰਦੀ ਹੈ, ਇਹ ਨਹੀਂ ਕਿ ਉਹ ਲੋਕ ਇਹ ਸੋਚ ਕੇ ਅਵਾਰਡ ਲੈਂਦੇ ਨੇ ਕਿ ਮੁੜ ਕੇ ਅਸੀਂ ਕਦੇ ਬੋਲਣਾ ਨਹੀਂ ਹੈਗਾ। ਮੈਂ ਪਹਿਲਾਂ ਹੀ ਕਿਹਾ ਕਿ ਅਵਾਰਡ ਤਾਂ ਉਹਨਾਂ ਦਾ ਇੱਕ ਸੁਭਾਵਿਕ ਹੱਕ ਹੈ। ਜੋ ਉਹਨਾਂ ਨੇ ਦੇਸ਼ ਲਈ ਕੰਮ ਕੀਤਾ ਉਹਦੇ ਬਦਲੇ ਅਕਾਦਮੀਆਂ, ਸਰਕਾਰਾਂ ਜਾਂ ਹੋਰ ਅਦਾਰੇ ਉਹਨੂੰ ਸਨਮਾਨਿਤ ਕਰਦੇ ਨੇ, ਪਰ ਸਨਮਾਨਿਤ ਕਰਨ ਦਾ ਮਤਲਬ ਖਰੀਦਿਆ ਜਾਣਾ ਨਹੀਂ ਹੁੰਦਾ ਹੈਗਾ। ਜਦੋਂ ਵੀ ਉਹਨਾਂ ਦੀ ਜ਼ਮੀਰ ਜਾਗਦੀ ਹੈ, ਜਦੋਂ ਵੀ ਉਹਨਾਂ ਨੂੰ ਲੱਗਦਾ ਬੇਇਨਸਾਫੀ ਹੁੰਦੀ ਹੈ, ਤਾਂ ਉਹਨਾਂ ਦਾ ਮਕਸਦ ਕੋਈ ਕਿਸੇ ਸੰਸਥਾ ਦੀ ਬੇਇੱਜ਼ਤੀ ਕਰਨਾ ਨਹੀਂ ਹੁੰਦਾ। ਉਹਨਾਂ ਦਾ ਮਕਸਦ ਤਾਂ ਦੇਸ਼ ਦਾ ਵਕਾਰ ਬਹਾਲ ਕਰਨਾ ਹੁੰਦਾ ਹੈ, ਦੇਸ਼ ਦੀ ਸ਼ਾਨ ਬਹਾਲ ਕਰਨੀ ਹੁੰਦੀ ਹੈ। ਦੇਸ਼ ਦੇ ਨਾਂ ਤੇ ਜਿਹੜੇ ਲੋਕ ਕਲੰਕ ਲੱਗੇ ਹੋਏ ਨੇ ਉਹਨਾਂ ਲੋਕਾਂ ਨੂੰ ਨੰਗਾ ਕਰਨਾ ਹੁੰਦਾ ਹੈ, ਚਾਹੇ ਉਹ ਸੱਤਾ ਦੇ ਵਿੱਚ ਬੈਠੇ ਹੋਣ, ਚਾਹੇ ਸੱਤਾ ਤੋਂ ਬਾਹਰ ਬੈਠੇ ਹੋਣ। ਇਸ ਕਰਕੇ ਇਹਨੂੰ ਇਸ ਪ੍ਰਸੰਗ ਨਾਲ ਜੋੜਨਾ ਕਿ ਇਹ ਅਦਾਰਿਆਂ ਦੀ ਬੇਇੱਜ਼ਤੀ ਹੈ, ਇਹ ਮਿਸਟਰੈਕ ਕਰਨਾ ਹੁੰਦਾ ਕਿਸੇ ਗੱਲ ਨੂੰ, ਤੇ ਸੱਤਾ ਜਾਣਬੁੱਝ ਕੇ ਇਹੋ ਜਿਹੀ ਗੱਲਾਂ ਨੂੰ ਮਿਸਟਰੈਕ ਕਰ ਦਿੰਦੀ ਹੈ, ਹੋਰ ਟਰੈਕ ਤੇ ਲੈ ਜਾਂਦੀ ਹੈ ਕਿ ਇਹਦੇ ਨਾਲ ਅਦਾਰਿਆਂ ਦੀ ਬੇਇੱਜ਼ਤੀ ਹੁੰਦੀ ਹੈ। ਇਹਦੇ ਨਾਲ ਤਾਂ ਦੇਸ਼ ਦੀ ਸ਼ਾਨ ਬਹਾਲ ਹੁੰਦੀ ਹੈ ਤੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਸ ਦੇਸ਼ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਲੋਕ ਵੀ ਅਜੇ ਜਿਉਂਦੇ ਨੇ।
ਆਖਰ 'ਚ ਤੁਹਾਡੀ ਇੱਕ ਟਿੱਪਣੀ ਹੋਰ ਡਾਕਟਰ ਸਾਹਿਬ ਇਹਦੇ ਤੇ ਚਾਹੁੰਦਾ ਕਿ ਗਵਰਨਮੈਂਟ ਨੂੰ ਤੇ ਜਿਹੜੇ ਸਾਡੇ ਲੇਖਕ ਨੇ ਜਾਂ ਸਾਡੀ ਤੁਹਾਡੀ ਲੇਖਕ ਬਰਾਦਰੀ ਹੈ ਜਿੰਨੀ, ਉਹਨਾਂ ਨੂੰ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਇਸ ਮਸਲੇ ਤੇ ਖਾਸ ਤੌਰ? ਦੇਖੋ, ਅੱਜ ਕੱਲ ਅਵਾਰਡਾਂ ਦਾ ਬੜਾ ਰੌਲ ਘਚੋਲਾ ਹੈ। ਬਹੁਤ ਸਾਰੇ ਸਾਡੇ ਸਾਹਿਤਕਾਰਾਂ ਦੇ ਵਿੱਚੋਂ ਵੀ ਇੱਕ ਜਮਾਤ ਇਹੋ ਜਿਹੀ ਪੈਦਾ ਹੋਈ ਹੈ ਜਿਹੜੀ ਜਮਾਤ ਅਵਾਰਡਾਂ ਲਈ ਕੰਮ ਕਰਦੀ ਹੈ ਜੀ। ਉਹਨਾਂ ਦੇ ਵਿੱਚੋਂ ਕੁਝ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹੋ ਜਿਹੇ ਕਾਨੂੰਨ ਜੇ ਪਾਸ ਹੋ ਜਾਣ, ਵੈਸੇ ਤਾਂ ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਣਾ ਹੈ ਤੇ ਪਾਸ ਹੋਣਾ ਨਹੀਂ ਹੈਗਾ, ਇਹਦੇ ਖਿਲਾਫ ਵੀ ਆਵਾਜ਼ ਬੁਲੰਦ ਹੋਣੀ ਹੈ। ਪਰ ਜੇ ਇਹੋ ਜਿਹੇ ਕਾਨੂੰਨ ਪਾਸ ਹੁੰਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਲੋਕ ਇਹੋ ਜਿਹੇ ਜ਼ਰੂਰ ਹੋਣਗੇ ਜਿਹੜੇ ਆਪਣੀ ਜ਼ਬਾਨਬੰਦੀ ਕਰ ਲੈਣਗੇ। ਇਹੀ ਸਰਕਾਰ ਚਾਹੁੰਦੀ ਹੈ ਅਸਲ ਦੇ ਵਿੱਚ। ਸਰਕਾਰ ਉਹਨਾਂ ਤੇ ਇੱਕ ਪ੍ਰੈਸ਼ਰ ਬਿਲਡ ਕਰਨਾ ਚਾਹੁੰਦੀ ਹੈ ਕਿ ਅਸੀਂ ਅਵਾਰਡ ਤਾਂ ਦੇਵਾਂਗੇ ਜੇ ਸਾਨੂੰ ਆ ਕੰਸੈਂਟ ਦਿਓਗੇ, ਜੇ ਲਿਖ ਕੇ ਦਿਓਗੇ। ਤੇ ਜੇ ਕੋਈ ਲੇਖ ਲਿਖ ਕੇ ਦੇ ਕੇ ਅਵਾਰਡ ਲੈਂਦਾ ਹੈ ਤਾਂ ਉਹਦੇ ਲਿਖਣਾ ਤਾਂ ਬੇਅਰਥ ਹੈ। ਲਿਖਣਾ ਤਾਂ ਸਿੱਧੇ ਤੌਰ ਤੇ ਸਰਕਾਰ ਦੇ ਕੰਮਾਂ ਤੇ ਲੋਕ ਵਿਰੋਧੀ ਕੰਮਾਂ ਤੇ ਪ੍ਰਸ਼ਨ ਚਿੰਨ੍ਹ ਲਾਉਣਾ ਹੈ। ਤੇ ਤੁਸੀਂ ਆਲਰੇਡੀ ਜੇ ਤੁਸੀਂ ਸਰਕਾਰ ਦੇ ਹੱਕ ਦੇ ਵਿੱਚ ਕੋਈ ਕੰਸੈਂਟ ਲਿਖ ਕੇ ਦਿੰਦੇ ਹੋ ਜਾਂ ਕਿਸੇ ਅਦਾਰੇ ਦੇ ਹੱਕ ਦੇ ਵਿੱਚ ਕੋਈ ਕੰਸੈਂਟ ਲਿਖ ਕੇ ਦਿੰਦੇ ਹੋ ਤਾਂ ਇਹਦਾ ਮਤਲਬ ਤੁਹਾਡਾ ਲੇਖਕ ਅਖਵਾਉਣਾ ਹੀ ਵਿਅਰਥ ਹੈ। ਸੋ ਮੈਂ ਪੰਜਾਬੀ ਦੇ ਉਹਨਾਂ ਲੇਖਕਾਂ ਤੇ ਮਾਣ ਮਹਿਸੂਸ ਕਰਦਾ ਜਿਨ੍ਹਾਂ ਲੇਖਕਾਂ ਨੇ ਇਹ ਅਵਾਰਡ ਵਾਪਸ ਕੀਤੇ ਨੇ, ਚਾਹੇ ਉਹ ਗੁਰਬਚਨ ਭੁੱਲਰ ਨੇ, ਚਾਹੇ ਉਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੇ, ਚਾਹੇ ਉਹ ਸੁਰਜੀਤ ਪਾਤਰ ਨੇ, ਹੋਰ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਨੇ ਅਵਾਰਡ ਵਾਪਸ ਕੀਤੇ। ਤੇ ਉਹਨਾਂ ਲੇਖਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਾਂ ਡਟ ਕੇ ਇਹਦੇ ਵਿਰੋਧ ਦੇ ਵਿੱਚ ਖੜੇ ਹੋਈਏ ਤੇ ਕਦੇ ਵੀ ਅਵਾਰਡਾਂ ਕਰਕੇ ਕਿਸੇ ਵੀ ਸੰਸਥਾ ਦੀ, ਕਿਸੇ ਵੀ ਸਰਕਾਰ ਦੀ ਚਾਪਲੂਸੀ ਨਾ ਕਰੀਏ। ਤੇ ਜੇ ਲੇਖਕ ਸਰਕਾਰਾਂ ਦੀ ਇਸ ਗੱਲ ਕਰਕੇ ਚਾਪਲੂਸੀ ਕਰਨ ਲੱਗ ਗਏ ਤੇ ਲਿਖ ਕੇ ਕੰਸੈਂਟ ਦੇਣ ਲੱਗ ਗਏ ਕਿ ਅਸੀਂ ਕਦੇ ਵੀ ਇਹ ਅਵਾਰਡ ਵਾਪਸ ਨਹੀਂ ਕਰਾਂਗੇ, ਤਾਂ ਇਹ ਜ਼ਮੀਰ ਦੇ ਮਰਨ ਦਾ ਮਸਲਾ ਹੈ। ਤੇ ਅਸੀਂ ਤਾਂ ਜ਼ਮੀਰ ਨੂੰ ਹਲੂਣਾ ਦੇਣ ਵਾਲੇ ਲੋਕ ਹਾਂ, ਲੇਖਕ ਲੋਕ ਤਾਂ। ਇਸ ਕਰਕੇ ਸਾਨੂੰ ਇਹ ਫੈਸਲਾ ਕਦੇ ਵੀ ਮਨਜ਼ੂਰ ਨਹੀਂ ਹੋਣਾ ਚਾਹੀਦਾ। ਤੇ ਅਸੀਂ ਪ੍ਰਗਤੀਸ਼ੀਲ ਲੇਖ ਸੰਘ ਪੰਜਾਬ ਵੱਲੋਂ ਤੇ ਹੋਰ ਸਾਰੇ ਜਗ ਦੀ ਜ਼ਮੀਰ ਵਾਲੇ ਲੇਖਕਾਂ ਵੱਲੋਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਤੇ ਇਹ ਗੱਲ ਕਿਸੇ ਵੀ ਹਾਲ ਦੇ ਵਿੱਚ ਨਹੀਂ ਹੋਣੀ ਚਾਹੀਦੀ। ਪੰਜਾਬੀ ਸਾਹਿਤ ਦੀ ਜਿਹੜੀ ਪਰੰਪਰਾ ਹੈ ਉਹਦੇ 'ਚ ਜਿਹੜਾ ਪ੍ਰਤੀਰੋਧ ਦਾ ਸਵਾਲ ਹੈ ਉਹ ਕਿੱਥੇ ਪਿਆ ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਲੇਖਕ ਦੇ ਨਾਲ? ਬਹੁਤ ਮਹੱਤਵਪੂਰਨ ਮਸਲਾ ਹੈ ਕਿਉਂਕਿ ਪ੍ਰਤੀਰੋਧ ਦਾ ਸਵਾਲ ਸਿੱਧੇ ਤੌਰ ਤੇ ਪ੍ਰਗਟਾਵੇ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ ਜੀ। ਤੇ ਪੰਜਾਬ ਦੀ ਪਰੰਪਰਾ ਦੇ ਵਿੱਚ ਇਹ ਸਵਾਲ ਬਹੁਤ ਡੂੰਘੇ ਤੌਰ ਤੇ ਸਾਨੂੰ ਦਿਖਾਈ ਦਿੰਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਬਾਬਰ ਨੂੰ ਲਲਕਾਰਦੇ ਨੇ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇਲਾ ਲੋ, ਜਾਂ ਫਿਰ ਬੁੱਲੇ ਸ਼ਾਹ ਕਹਿੰਦਾ ਕਿ ਸੱਚ ਆਖਿਆ ਭਾਂਬੜ ਮੱਚਦਾ ਹੈ, ਝੂਠਾ ਖਾਤਾ ਕੁਝ ਬਚਦਾ ਹੈ। ਤੇ ਆਧੁਨਿਕ ਦੌਰ ਦੇ ਵਿੱਚ ਪਾਸ਼ ਵਰਗੇ ਲੋਕ ਕਹਿੰਦੇ ਨੇ ਕਿ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਤਾਂ ਇਹ ਸਾਰਾ ਪ੍ਰਤੀਰੋਧ ਦਾ ਸੱਭਿਆਚਾਰ ਹੈ ਜਿਹੜਾ ਪੰਜਾਬ ਦੇ ਕਣ ਕਣ ਦੇ ਵਿੱਚ ਰਮਿਆ ਪਿਆ ਹੈ। ਈਵਨ ਪੰਜਾਬ ਦੇ ਉਹ ਲੋਕ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਵੀ ਰਹਿੰਦੇ ਨੇ, ਉਹਨਾਂ ਨੇ ਚਾਹੇ ਪ੍ਰਤੀਕਾਤਮਕ ਪੱਧਰ ਤੇ ਆਪਣੀ ਗੱਲ ਕਹੀ ਹੈ ਤਾਂ ਉਹਨਾਂ ਨੇ ਵੀ ਆਪਣੀ ਕਵਿਤਾ ਦੇ ਵਿੱਚ ਜਾਂ ਆਪਣੇ ਨਾਟਕਾਂ ਦੇ ਵਿੱਚ, ਆਪਣੇ ਨਾਵਲਾਂ ਦੇ ਵਿੱਚ ਪ੍ਰਤੀਰੋਧ ਨੂੰ ਕਿਤੇ ਵੀ ਮਨਫੀ ਨਹੀਂ ਹੋਣ ਦਿੱਤਾ ਹੈਗਾ। ਸੋ ਲੇਖਕ ਲਿਖਦਾ ਹੀ ਇਸ ਕਰਕੇ ਹੈ ਕਿ ਉਹਨੇ ਲੋਕਾਂ ਦੀ ਧਿਰ ਬਣਨਾ ਹੁੰਦਾ ਹੈ। ਤੇ ਅੱਜ ਜਦੋਂ ਸਰਕਾਰਾਂ ਇਹੋ ਜਿਹੇ ਫੈਸਲੇ ਕਰਦੀਆਂ ਨੇ ਤਾਂ ਇਹਨਾਂ ਦੀ ਮਨਸ਼ਾ ਇਹੀ ਹੁੰਦੀ ਹੈ ਕਿ ਉਸ ਪਰੰਪਰਾ ਨੂੰ ਖਤਮ ਕਰ ਦਿੱਤਾ ਜਾਵੇ। ਕਲਾਕਾਰ ਦੇ ਅੰਦਰ ਜਿਹੜੀ ਅਣਖ ਪਈ ਹੈ, ਕਲਾਕਾਰ ਦੇ ਅੰਦਰ ਜਿਹੜੀ ਸੰਵੇਦਨਾ ਪਈ ਹੈ, ਉਸ ਸੰਵੇਦਨਾ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰ ਦਿੱਤਾ ਜਾਵੇ। ਉਹ 'ਤੇ ਪਾਬੰਦੀਆਂ ਲਾਤੀਆਂ ਜਾਣ ਤਾਂ ਕਿ ਲੇਖਕ ਸਰਕਾਰ ਦੀ ਗੋਦ 'ਚ ਬਹਿਣ ਵਾਲੇ ਉਹੋ ਜਿਹੇ ਬੰਦੇ ਬਣ ਜਾਣ ਜਿਵੇਂ ਸਰਕਾਰ ਨੇ ਬਹੁਤ ਸਾਰੇ ਚਾਪਲੂਸ ਪਾਲੇ ਹੁੰਦੇ ਨੇ। ਸੋ ਇਸ ਐਂਗਲ ਤੋਂ ਇਹ ਬਹੁਤ ਖਤਰਨਾਕ ਹੈ ਤੇ ਪੰਜਾਬ ਦੇ ਲੇਖਕ ਘੱਟੋ ਘੱਟ ਇਸ ਨੂੰ ਮਨਜ਼ੂਰ ਨਹੀਂ ਕਰਨਗੇ ਕਿਉਂਕਿ ਪੰਜਾਬ ਦਾ ਸਾਰਾ ਸਾਹਿਤ, ਪੰਜਾਬ ਦਾ ਸਾਰਾ ਸੱਭਿਆਚਾਰ ਪ੍ਰਤੀਰੋਧ ਦੀ ਬੁਨਿਆਦ ਤੇ ਖੜਾ ਹੈ ਤੇ ਉਸ ਬੁਨਿਆਦ ਨੂੰ ਅਸੀਂ ਕਦੇ ਵੀ ਢਹਿਣ ਨਹੀਂ ਦੇਵਾਂਗੇ, ਉਹਨੂੰ ਹਮੇਸ਼ਾ ਬੁਲੰਦ ਰੱਖਾਂਗੇ। ਲੇਖਕਾਂ ਦੇ ਉੱਤੇ ਵੀ ਇਹ ਦੋਸ਼ ਲਾਏ ਜਾਂਦੇ ਹੈ ਕਿ ਜੀ ਇਹ ਆਪ ਹੀ ਚੋਣ ਕਰਾਉਂਦੇ ਆ ਜੀ, ਆਪ ਹੀ ਅਵਾਰਡ ਦੇ ਦਿੰਦੇ ਆ ਜੀ, ਸਾਰਾ ਕੁਝ ਆਪ ਹੀ ਕਰ ਲੈਂਦੇ ਆ, ਇਹਨਾਂ ਦੇ ਧੜੇ ਬਣੇ ਹੋਏ ਨੇ ਜੀ। ਇਹਦੇ ਬਾਰੇ ਤੁਸੀਂ ਬਿਲਕੁਲ ਦੇਖੋ, ਇਸ ਵੇਲੇ ਲੇਖਕਾਂ ਦੀ ਜਮਾਤ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਨਸਲਾਂ ਡਿਵੈਲਪ ਹੋ ਰਹੀਆਂ ਨੇ। ਇੱਕ ਬਾਜ਼ਾਰ ਦਾ ਸਾਹਿਤ ਹੈ ਜੋ ਸਾਡੇ ਕੋਲੇ ਬਾਜ਼ਾਰ ਲੈ ਕੇ ਆ ਰਿਹਾ ਹੈ ਤੇ ਉਸ ਬਾਜ਼ਾਰ ਦੀ ਉਸ ਪਰੰਪਰਾ ਦੇ ਵਿੱਚੋਂ ਵੀ ਇੱਕ ਨਵੀਂ ਕਿਸਮ ਦਾ ਜਿਹੜਾ ਚਾਪਲੂਸ ਸਾਹਿਤ ਤੇ ਸੱਭਿਆਚਾਰ ਪੈਦਾ ਹੋ ਰਿਹਾ ਹੈ। ਪਰ ਇਹ ਕਹਿਣਾ ਵੀ ਮੁਨਾਸਿਬ ਨਹੀਂ ਹੋਊਗਾ ਕਿ ਇਸ ਵੇਲੇ ਪੰਜਾਬੀ ਦਾ ਸਾਰਾ ਲੇਖਨ ਉਸ ਕਿਸਮ ਦਾ ਕੋਈ ਬਾਜ਼ਾਰੂ ਸਾਹਿਤ ਹੈ। ਅਜੇ ਵੀ ਜਿਹੜਾ ਪੰਜਾਬੀ ਦਾ ਲੇਖਕ ਹੈ ਜਾਂ ਪੰਜਾਬ ਦੇ ਸਮਾਜ ਦੇ ਵਿੱਚ, ਪੰਜਾਬ ਦੇ ਪਾਠਕਾਂ ਦੇ ਵਿੱਚ ਜਿਹੜਾ ਲੇਖਕ ਪ੍ਰਵਾਨ ਹੁੰਦਾ ਹੈ, ਉਹ ਉਹੀ ਲੇਖਕ ਹੈ ਜਿਹੜਾ ਸਮਾਜ ਦੀ ਦੁੱਖ ਦੀ ਰਗ ਤੇ ਹੱਥ ਧਰਦਾ ਹੈ। ਇਸ ਕਰਕੇ ਸੁਕਰਾਤ ਆਪਾਂ ਜੇ ਉਹਨਾਂ ਅਰਥਾਂ 'ਚ ਲਈਏ ਕਿ ਸੁਕਰਾਤ ਨੇ ਜ਼ਹਿਰ ਪੀਤਾ, ਉਹ ਤਾਂ ਠੀਕ ਹੈ ਕਿ ਉਹ ਇੱਕ ਮਨੁੱਖ ਸੀ, ਮਨੁੱਖ ਨੇ ਇੱਕ ਵੱਡਾ ਕੰਮ ਕੀਤਾ, ਪਰ ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਸੁਕਰਾਤ ਜਿਉਂਦਾ ਹੈ।
ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਬਾਬਾ ਨਾਨਕ ਜਿਉਂਦਾ ਹੈ, ਸਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਬੁੱਲੇ ਸ਼ਾਹ ਜਿਉਂਦਾ ਹੈ, ਤੇ ਅਸੀਂ ਪਲ ਪਲ ਜ਼ਹਿਰ ਦਾ ਪਿਆਲਾ ਪੀਂਦੇ ਹਾਂ ਜਦੋਂ ਅਸੀਂ ਸੱਤਾ ਦਾ ਵਿਰੋਧ ਕਰਦੇ ਹਾਂ। ਅੱਜ ਦੇ ਦੌਰ ਦੇ ਵਿੱਚ ਸੱਤਾ ਦੇ ਖਿਲਾਫ ਬੋਲਣਾ, ਸੱਤਾ ਦੇ ਖਿਲਾਫ ਖੜੇ ਹੋਣਾ, ਇਹ ਤੁਪਕਾ ਕਰਕੇ ਜ਼ਹਿਰ ਪੀਣ ਦੇ ਬਰਾਬਰ ਹੀ ਹੈ, ਤੇ ਸੱਤਾ ਉਹਨਾਂ ਨੂੰ ਮਾਰਨਾ ਚਾਹੁੰਦੀ ਹੈ। ਤੇ ਲੇਖਕ ਜੇ ਅੱਜ ਜਿਉਂਦਾ ਹੈ, ਜੇ ਲੇਖਕ ਅੱਜ ਬੋਲ ਰਿਹਾ ਹੈ, ਜੇ ਲੇਖਕ ਅੱਜ ਲਿਖ ਰਿਹਾ ਹੈ, ਜੇ ਆਪਾਂ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਤਾਂ ਇਹ ਸੁਕਰਾਤ ਦੇ ਵਾਰਸਾਂ ਦੀ ਪਰੰਪਰਾ ਦਾ ਇੱਕ ਹਿੱਸਾ ਹੀ ਹੈ। ਸੋ ਮੈਨੂੰ ਲੱਗਦਾ ਹੈ ਕਿ ਸੁਕਰਾਤ, ਬਾਬਾ ਨਾਨਕ, ਬੁੱਲੇ ਸ਼ਾਹ, ਉਹਨਾਂ ਸਾਰੇ ਲੋਕਾਂ 'ਚ ਅੱਜ ਵੀ ਜਿਉਂਦੇ ਨੇ, ਤੇ ਉਹ ਲੋਕ ਇਹਦਾ ਵਿਰੋਧ ਕਰਨਗੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਦੋਸਤੋ, ਤੁਸੀਂ ਸੁਣ ਰਹੇ ਸੀ ਸਾਡੇ ਡਾਕਟਰ ਕੁਲਦੀਪ ਸਿੰਘ ਦੀਪ ਹੋਰਾਂ ਨੂੰ, ਜਿਨ੍ਹਾਂ ਨੇ ਵਿਸਥਾਰ 'ਚ ਇਹ ਗੱਲ ਕਹੀ ਕਿ ਪ੍ਰਗਤੀਸ਼ੀਲ ਲੇਖਕ ਸੰਘ ਸਰਕਾਰ ਦੇ ਇਸ ਫੈਸਲੇ ਦਾ ਡਟਵਾਂ ਜਿਹੜਾ ਵਿਰੋਧ ਕਰੇਗਾ। ਦੋਸਤੋ, ਅਸਹਿਮਤੀ, ਡਾਇਸੈਂਟ, ਵਿਰੋਧ ਜਿਹੜਾ ਹੈਗਾ ਉਹ ਕਿਸੇ ਵੀ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਸਤੇ ਸਭ ਤੋਂ ਅਹਿਮ ਕੜੀ ਹੁੰਦਾ ਹੈ। ਇਸ ਕਰਕੇ ਆਪਣਾ ਡਾਇਸੈਂਟ ਜਿਹੜਾ ਦਰਜ ਕਰਵਾਉਣਾ ਸਾਡੇ ਸਾਰੇ ਨਾਗਰਿਕਾਂ ਦੀ, ਲੇਖਕਾਂ ਦੀ, ਬੁੱਧੀਜੀਵੀਆਂ ਦੀ, ਨਾਟਕਕਾਰਾਂ ਦੀ, ਸਾਹਿਤਕਾਰਾਂ ਦੀ, ਗੀਤਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਸੋ ਆਓ ਸਾਰੇ ਰਲ ਕੇ ਇਸ ਜ਼ਿੰਮੇਵਾਰੀ ਨੂੰ ਆਪਣੇ ਮੋਢੇ ਤੇ ਚੁੱਕੀਏ ਤੇ ਸਰਕਾਰ ਦੇ ਇਸ ਫੈਸਲੇ ਦਾ ਵੱਧ ਤੋਂ ਵੱਧ ਵਿਰੋਧ ਕਰੀਏ। ਮੈਂ ਸਤਪਾਲ ਬੰਗਾ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।